ਸਤਿ ਸ਼੍ਰੀ ਅਕਾਲ ਜੀ। ਅੱਜ ਤੋਂ ਅਸੀਂ ਇੱਕ ਨਵੀਂ ਸੀਰੀਜ਼ ਸ਼ੁਰੂ ਕਰਾਂਗੇ ਜੀ। UPSC ਪ੍ਰੀ ਦੇ ਪੁਰਾਣੇ ਸਾਲਾਂ ਦੇ ਜਿਹੜੇ ਕੁਐਸਚਨ ਆ ਉਹ ਡਿਸਕਸ ਕਰਾਂਗੇ। UPSC ਪ੍ਰੀਵੀਅਸ ਈਅਰਸ ਸੋਲਵਡ ਪੇਪਰਸ। ਸ਼ੁਰੂਆਤ ਕਰਾਂਗੇ ਜੀ ਅਸੀਂ ਏਂਸ਼ੀਅੰਟ ਹਿਸਟਰੀ ਤੋਂ, ਭਾਵ ਪ੍ਰਾਚੀਨ ਭਾਰਤ ਦੇ ਇਤਿਹਾਸ ਤੋਂ। ਮਾਈ ਸੈਲਫ ਪ੍ਰਗਟ ਸਿੰਘ, MSc ਇਨਵਾਇਰਮੈਂਟਲ ਸਾਇੰਸਸ ਫਰੋਮ JNU। ਮੈਂ UPSC ਪ੍ਰੀ ਤੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਪ੍ਰੀ ਮਲਟੀਪਲ ਟਾਈਮਸ ਕਲੀਅਰ ਕੀਤਾ ਜੀ। ਤੇ ਦੇਖਦੇ ਹਾਂ ਜੀ। ਪਹਿਲਾ ਪ੍ਰਸ਼ਨ ਅਸੀਂ ਨਾ 1995 ਤੋਂ ਕਵਰ ਕਰਾਂਗੇ ਜੀ ਪ੍ਰੀਵੀਅਸ ਪੇਪਰਸ। ਦ ਵਰਡ ਹਿੰਦੂ ਐਜ਼ ਰੈਫਰੈਂਸ ਟੂ ਦ ਪੀਪਲ ਆਫ ਇੰਡੀਆ ਯਾਨੀ ਕਿ ਹਿੰਦ ਵਾਜ ਫਸਟ ਯੂਜ਼ਡ ਬਾਏ। ਸਾਡੇ ਭਾਰਤ ਲਈ ਸ਼ਬਦ ਹਿੰਦੂ ਕਿਹਨਾਂ ਨੇ ਇਸਤੇਮਾਲ ਕੀਤਾ ਸੀ? ਹਿੰਦੂ। ਗ੍ਰੀਕੀਆਂ ਨੇ ਮਤਲਬ ਯੂਨਾਨੀਆਂ ਨੇ, ਰੋਮਨਸ ਨੇ, ਚਾਈਨੀਜ਼ ਨੇ ਜਾਂ ਅਰਬ ਦੇ ਲੋਕਾਂ ਨੇ? ਸੋਚੋ ਜੀ। ਤੁਸੀਂ ਕੀ ਕਰਨਾ ਨਾ, ਮੇਰੀ ਵੀਡੀਓ ਜਦੋਂ ਮੈਂ ਕੁਐਸਚਨ ਪੜ੍ਹਤਾ ਤੁਸੀਂ ਵੀਡੀਓ ਪੌਜ਼ ਕਰ ਲੈਣੀ, ਫਿਰ ਆਨਸਰ ਦੇਣ ਦੀ ਕੋਸ਼ਿਸ਼ ਕਰਨੀ, ਤਾਂ ਉਸ ਤੋਂ ਬਾਅਦ ਫਿਰ ਮੈਂ ਆਨਸਰ ਦੇਵਾਂਗਾ। ਇਹ ਸੀ ਜੀ ਅਰਬ। ਦੇਖੋ ਤੁਸੀਂ ਗ੍ਰੀਕੀ ਤੇ ਅਰਬ ਵਿੱਚ ਕਨਫਿਊਜ਼ ਹੋ ਜਾਣਾ। ਚਾਈਨੀਜ਼ ਤਾਂ ਕੱਢ ਦਿਓ, ਚਾਈਨੀਜ਼ ਦਾ ਨਾਮ ਨਹੀਂ ਆਉਂਦਾ। ਜੇ ਤੁਸੀਂ ਥੋੜ੍ਹੀ ਬਹੁਤੀ ਵੀ ਹਿਸਟਰੀ ਪੜ੍ਹੀ ਆ, NCERT ਪੜ੍ਹੀਆਂ, ਤੇ ਉੱਥੇ ਗੱਲ ਆਉਂਦੀ ਹੈ ਜੀ ਰਿਗਵੇਦ ਵਿੱਚ ਆ ਕਿਹਾ, ਗ੍ਰੀਕੀਆਂ ਨੇ ਇਹਨੂੰ ਕੁਛ ਹੋਰ ਕਿਹਾ, ਪੈਂਟੋਪਟਾਮੀਆ ਕਿਹਾ, ਤੇ ਅਰਬਸ ਨੇ ਆ ਕਿਹਾ, ਤੇ ਗੱਲ ਫਸਣੀ ਹੈ ਜੀ ਗ੍ਰੀਕੀ ਤੇ ਅਰਬਸ ਦੇ ਵਿਚਕਾਰ। ਅਰਬ ਅੱਜ ਦੇ ਦੌਰ ਦਾ ਅਰਬ ਆ, ਤੇ ਉਸ ਟਾਈਮ ਤੇ ਇਹ ਫਾਰਸ ਸੀਗਾ। ਫਾਰਸ, ਈਰਾਨ, ਇਰਾਕ, ਇਹ ਸਾਰਾ ਫਾਰਸ ਏਰੀਆ ਸੀ। ਆਨਸਰ ਦੇਖਦੇ ਹਾਂ ਜੀ। ਆਨਸਰ ਹੈ ਜੀ ਡੀ। ਇਹ ਥੋੜ੍ਹਾ ਸਮਝੀਏ। ਹੁਣ ਭਾਰਤ ਇਹਨਾਂ ਲੋਕਾਂ ਲਈ ਨਾ ਭਾਰਤ ਸ਼ੁਰੂ ਹੁੰਦਾ ਸੀ ਸਿੰਧੂ ਨਦੀ ਤੋਂ ਬਾਅਦ ਵਾਲਾ ਏਰੀਆ, ਸਿੰਧੂ। ਭਾਰਤ ਦਾ ਨਾਂ ਸਿੰਧੂ ਸ਼ਬਦ ਦਾ ਅਪਭ੍ਰੰਸ਼ ਹੈ, ਮਤਲਬ ਸਿੰਧੂ ਸ਼ਬਦ ਤੋਂ ਬਣਿਆ। ਸਿੰਧੂ ਇੱਕ ਨਦੀ ਦਾ ਨਾਮ ਹੈ ਜਿਸ ਦਾ ਰਿਗਵੇਦ ਵਿੱਚ ਵੀ ਜ਼ਿਕਰ ਹੈ। ਗੁਆਂਢੀ ਅਰਬ ਇਰਾਨੀ ਲੋਕ ਸਾਹ ਨੂੰ ਹਾ ਕਹਿੰਦੇ ਸਨ, ਠੀਕ ਹੈ, ਸਾਹ ਨੂੰ ਹਾ, ਤੇ ਉਹਨਾਂ ਨੇ ਸਿੰਧੂ ਦਾ ਕੀ ਬਣਾਤਾ? ਹਿੰਦੂ। ਅਤੇ ਇਸ ਧਰਤੀ ਨੂੰ ਹਿੰਦੂ ਕਹਿੰਦੇ ਸਨ, ਠੀਕ ਹੈ ਨਾ। ਤੇ ਆਪਾਂ ਸਿੰਧੂ ਪੁੱਛਿਆ ਕਿ ਹਿੰਦੂ? ਹਿੰਦੂ ਪੁੱਛਿਆ ਨਾ, ਤੇ ਇਹ ਅਰਬ ਲੋਕ ਸਾਨੂੰ ਕਹਿੰਦੇ ਸੀ ਹਿੰਦੂ। ਯੂਨਾਨੀਆਂ ਨੇ ਇਸ ਦਾ ਨਾਂ ਸਿੰਧੂ ਕਿਹਾ, ਠੀਕ ਹੈ ਜੀ। ਮੇਨ ਗੱਲ ਆ ਕਿਹਨੇ ਕਿਹਾ ਜੀ? ਈਰਾਨੀਆਂ ਨੇ, ਅਰਬ ਇਰਾਨੀ ਲੋਕਾਂ ਨੇ। ਤਾਂ ਆਨਸਰ ਹੋ ਗਿਆ ਡੀ, ਮਤਲਬ ਅਰਬਸ, ਠੀਕ ਹੈ ਜੀ। ਅਗਲਾ ਪ੍ਰਸ਼ਨ ਦੇਖੋ ਜੀ। ਅੱਛਾ, ਤੁਹਾਨੂੰ ਨਾ ਉੱਥੇ ਕੁਐਸਚਨ ਆ ਜਿਹੜੇ ਉਹ ਪੰਜਾਬੀ 'ਚ ਨਹੀਂ ਪੁੱਛੇ ਹੋਣੇ। ਚਾਹੇ ਤੁਸੀਂ ਮੇਨਸ ਵਿੱਚ ਪੰਜਾਬੀ ਮੀਡੀਅਮ ਲੈ ਸਕਦੇ ਆ, ਪਰ ਪ੍ਰੀ ਦੇ ਪ੍ਰਸ਼ਨ ਤੁਹਾਨੂੰ ਉੱਥੇ ਦੋ ਭਾਸ਼ਾ ਵਿੱਚ ਹੀ ਮਿਲਣੇ ਆ। ਇੱਕ ਹੀ ਕੁਐਸਚਨ ਪੇਪਰ ਸਾਰਿਆਂ ਨੂੰ ਮਿਲਦਾ ਆ ਜਿਹਦੇ ਵਿੱਚ ਪ੍ਰਸ਼ਨ ਅੰਗਰੇਜ਼ੀ ਤੇ ਹਿੰਦੀ ਵਿੱਚ ਲਿਖੇ ਹੁੰਦੇ ਆ। ਅੰਗਰੇਜ਼ੀ ਤੇ ਹਿੰਦੀ ਵਿੱਚ। ਸਟੇਟ ਲੈਵਲ ਵਿੱਚ ਅੰਗਰੇਜ਼ੀ ਤੇ ਪੰਜਾਬੀ ਵਿੱਚ ਲਿਖੇ ਹੁੰਦੇ ਆ। ਇਹ ਮੈਂ ਪ੍ਰੀ ਦੀ ਗੱਲ ਕਰਦਾ ਪਿਆ, ਆਬਜੈਕਟਿਵ ਕੁਐਸਚਨ। ਅਗਲਾ ਪ੍ਰਸ਼ਨ ਦੇਖਦੇ ਹਾਂ ਜੀ। ਹੂ ਅਮੰਗ ਦਾ ਫੋਲੋਇੰਗ ਵਾਜ਼ ਏ ਬ੍ਰਹਮਵਾਦਿਨੀ। ਬ੍ਰਹਮਵਾਦਿਨੀ ਇੱਕ ਟਰਮੀਨੋਲੋਜੀ ਆ, ਇਹਦਾ ਕੀ ਮਤਲਬ ਹੁੰਦਾ? ਹੂ ਕੰਪੋਜ਼ਡ ਸਮ ਹਾਈਮਸ ਆਫ ਦਾ ਵੇਦਾਸ, ਜਿਨ੍ਹਾਂ ਨੇ ਵੇਦ ਦੇ ਕੁਛ ਸ਼ਬਦਾਂ ਦਾ ਕੀ ਆ ਨਿਰਮਾਣ ਕੀਤਾ, ਰਚਨਾ ਕੀਤੀ ਸੀ। ਦੇਖੋ ਅਸੀਂ ਜਦੋਂ ਪੜ੍ਹਿਆ ਆਪਣਾ ਵੈਦਿਕ ਕਾਲ ਪੜ੍ਹਿਆ ਨਾ, ਉੱਥੇ ਇੱਕ ਪ੍ਰਸ਼ਨ ਆਉਂਦਾ ਸੀ ਵੀ ਕੀ ਔਰਤਾਂ ਵੀ ਧਾਰਮਿਕ ਬਾਣੀ ਲਿਖ ਸਕਦੀਆਂ ਸਨ? ਉਹਨਾਂ ਨੂੰ ਵੀ ਕੀ ਵੇਦ ਉਚਾਰਨ ਦਾ ਅਧਿਕਾਰ ਸੀ? ਤਾਂ ਆਨਸਰ ਸੀ ਹਾਂ। ਤੇ ਅਸੀਂ ਕੁਛ ਔਰਤਾਂ ਦਾ ਨਾਮ ਵੀ ਪੜ੍ਹਿਆ ਸੀ। ਤੇ ਇਹ ਜਿਹੜੀਆਂ ਔਰਤਾਂ ਜਿਹੜੀਆਂ ਵੇਦਾਂ ਵਿੱਚ ਸ਼ਬਦ ਲਿਖ ਸਕਦੀਆਂ ਸਨ ਜਾਂ ਅਧਿਆਤਮਿਕ ਵਿਕਾਸ ਦਾ ਜਿਨ੍ਹਾਂ ਨੂੰ ਅਧਿਕਾਰ ਸੀ, ਬਾਣੀ ਦਾ ਉਚਾਰਨ ਕਰ ਸਕਦੀਆਂ ਸਨ ਵੇਦ ਦੀ, ਉਹਨਾਂ ਨੂੰ ਕਹਿੰਦੇ ਸੀ ਬ੍ਰਹਮਵਾਦਿਨੀ। ਬ੍ਰਹਮਵਾਦਿਨੀ। ਤਾਂ ਇਹੀ ਪੁੱਛ ਲਿਆ ਜੀ ਇਹਨਾਂ ਵਿੱਚੋਂ ਬ੍ਰਹਮਵਾਦਿਨੀ ਦਾ ਕੌਣ ਕੌਣ ਹੈ? ਪਹਿਲਾਂ ਆਨਸਰ ਪੜ੍ਹ ਲਈਏ ਜੀ। ਬੇਸਿਕਲੀ ਤਾਂ ਦੇਖੋ ਲੋਪ ਮੁਦਰਾ ਜੀ, ਲੋਪ ਮੁਦਰਾ NCERT ਜਾਂ ਆਪਣਾ ਤਮਿਲਨਾਡੂ ਜਿਹੜੀ ਅਸੀਂ ਬੁੱਕ ਪੜ੍ਹੀ ਆ ਉਹ 'ਚ ਵੀ ਇਹ ਗੱਲ ਆਉਂਦੀ ਆ। ਆਹ ਦੇਖੋ ਬ੍ਰਹਮਵਾਦਿਨੀ। ਬ੍ਰਹਮਵਾਦਿਨੀ ਹਿੰਦੂ ਫਿਲਾਸਫੀ ਵਿੱਚ, ਹਿੰਦੂ ਦਰਸ਼ਨ ਵਿੱਚ ਬ੍ਰਹਮਵਾਦਿਨੀ ਮਤਲਬ ਤਪਸਵੀ ਔਰਤਾਂ। ਉਹ ਔਰਤਾਂ ਹਨ ਜੋ ਬ੍ਰਹਮ ਦੇ ਉੱਚਤਮ ਦਾਰਸ਼ਨਿਕ ਗਿਆਨ ਲਈ ਯਤਨਸ਼ੀਲ ਹੁੰਦੀਆਂ ਹਨ ਵੀ ਬ੍ਰਹਮ ਕੀ ਆ, ਜਿਹੜੀ ਅਪਰੰਪਾਰ ਸ਼ਕਤੀ ਆ ਬ੍ਰਹਮ, ਉਹ ਕੀ ਆ, ਉਹਦੀ ਨੌਲੇਜ ਲੈਣੀ, ਉਹਨੂੰ ਪ੍ਰਾਪਤ ਕਰਨਾ। ਯਾਨੀ ਉਹ ਜੋ ਵਿਸ਼ਾਲ ਵਿਸ਼ਵ ਵਿਆਪੀ ਚੇਤਨਾ ਲਈ ਯਤਨ ਕਰਦੀਆਂ ਹਨ। ਵਿਸ਼ਾਲ ਵਿਸ਼ਵ ਵਿਆਪੀ ਚੇਤਨਾ ਹੈ ਨਾ, ਹਾਈ ਲੈਵਲ ਦੀ ਕੌਨਸ਼ੀਅਸਨੈਸ, ਮਤਲਬ ਬ੍ਰਹਮ ਵਾਲੀ ਸਟੇਜ ਪ੍ਰਾਪਤ ਕਰ ਲਈ। ਜੋ ਇਹ ਔਰਤਾਂ ਯਤਨ ਕਰਦੀਆਂ ਸਨ ਜਿਹੜੀਆਂ, ਉਹਨਾਂ ਨੂੰ ਕਹਿੰਦੇ ਸੀ ਜੀ ਬ੍ਰਹਮਵਾਦਿਨੀ।
ठीक। तो इन्हां विच लोपमुद्रा, विश्वरा, सिक्ता, निवावरी, घोष ਅਤੇ मैत्री प्रमुख सन। मेन ਇਹ ਸੀ जी। ਤੇ ब्रह्मवादिनी तो उल्ट ਹੁੰਦੀਆਂ जी सद्यो वधू। सद्यो वधू जे ब्रह्मवादिनी पुछ लिया तो सद्यो वधू भी पुछया जा सकदा, जो आम तौर ते एक ऋषि की पत्नी हुंदी है ਅਤੇ घरेलूता ਅਤੇ अपने परिवार की भलाई लई समर्पित हुंदी है। ठीक है जी। तो आंसर की हो गया जी ए, लोप मुद्रा। लोप मुद्रा ब्रह्मवादिनी सी। ठीक है जी। आगे जी मैच करने तुसी। मैच लिस्ट 1 विद लिस्ट 2 एंड सिलेक्ट द करैक्ट आंसर यूजिंग द कोड्स गिवन बिलो द लिस्ट। ठीक है जी। 1995 में पूछा गया। देखो जी जिहड़ा सी विक्रम इरा वो सी जी 58 BC। तो जिहड़ा साका इरा सी वो 78 AD। मतलब ए दा चौथा ते बी दा तीजा सॉरी ए दा चौथा ते बी दा तीजा आ बनदा जी। तुहानूं जे दो पता तुसीं आंसर कढ लओगे। आंसर है डी। सी दा हो गया दूजा 320 AD गुप्ता इरा, चंद्रगुप्त वन तो शुरू होया। काली इरा डी दा पहला 3102 BC। ठीक। तुहानूं आ मेन साका ते विक्रम इरा पता होने चाहिए आ। इन्हां उत्ते होर किस्म नाल भी प्रश्न पूछया गया आ कि जे ईसा दे कैलेंडर हिसाब नाल आ डेट आ तो विक्रम संमत के हिसाब नाल किहड़ी डेट होएगी, तुहानूं पता होना चाहिए जी कि विक्रम है जी 58 BC ते साका है 78 AD। AD का मतलब आफ्टर एनो डोमिनी, मतलब ईसा तो बाद। ईसवी की गल कर लीए सिंपल, जीरो तो बाद। तो BC का मतलब बिफोर क्राइस्ट, पहला, जीरो तो पहला। तुसीं उस हिसाब नाल जमा घटाओ करके आंसर कट लेना। ठीक है जी। आ हिंदी च पढ़ लेना तुसीं। ते 248 ये चलो देखो छड्डो इनू। अगला प्रश्न देखो जी। इन संस्कृत प्लेस जिहड़े संस्कृत के ड्रामे आ रिटन ड्यूरिंग द गुप्ता पीरियड वोमन एंड शूद्रस स्पीक। आ इंटरस्टिंग पॉइंट हो गया कि गुप्ता काल विच जिहड़े संस्कृत विच ड्रामे लिखे गए आ ਉਹਦੇ ਵਿੱਚ ਔਰਤਾਂ ਤੇ ਸ਼ੂਦਰ ਕਿਹੜੀ ਭਾਸ਼ਾ ਬੋਲਦੇ ਸੀ। ਇਹ ਦੇਖੋ ਜੀ ਜ਼ਾਹਿਰ ਆ ਕਿ ਸੰਸਕ੍ਰਿਤ ਭਾਸ਼ਾ ਅਲੀਟਾਂ ਦੀ ਭਾਸ਼ਾ ਹੋਏਗੀ। ਠੀਕ। ਉੱਚ ਦਰਜੇ ਦੀ ਭਾਸ਼ਾ ਮੰਨੀ ਜਾਂਦੀ ਸੀ ਤੇ ਇਹਨਾਂ ਦੁਆਰਾ ਮੋਮਨ ਤੇ ਸ਼ੂਦਰ ਉਸ ਸਮੇਂ ਚੱਲਦੀ ਸੀ ਪ੍ਰਾਕ੍ਰਿਤਾਂ। ਇਹਨਾਂ ਦੁਆਰਾ ਕਿਹੜੀ ਭਾਸ਼ਾ ਬੋਲੀ ਜਾਂਦੀ ਸੀ, ਪ੍ਰਾਕ੍ਰਿਤ। ਤਾਂ ਆਨਸਰ ਕੀ ਹੋ ਗਿਆ ਜੀ ਬੀ, ਪ੍ਰਾਕ੍ਰਿਤਾਂ ਬੋਲੀਆਂ ਜਾਂਦੀਆਂ ਸੀ ਜੀ। ਗੁਪਤ ਕਾਲ ਦੇ ਸੰਸਕ੍ਰਿਤ ਨਾਟਕਾਂ ਦੀਆਂ ਔਰਤਾਂ ਅਤੇ ਸ਼ੂਦਰ ਪ੍ਰਾਕ੍ਰਿਤ ਬੋਲਦੇ ਹਨ ਅਤੇ ਕੁਲੀਨ ਵਰਗ ਸੰਸਕ੍ਰਿਤ ਬੋਲਦੇ ਸਨ। ਠੀਕ ਹੈ ਜੀ। ਅਗਲਾ ਪ੍ਰਸ਼ਨ। ਦ ਨੇਮ ਬਾਈ ਵਿਚ ਅਸ਼ੋਕਾ ਇਜ਼ ਜਨਰਲੀ ਰੈਫਰ ਟੂ ਹਿਜ਼ ਇਨਸਕ੍ਰਿਪਸ਼ਨਸ। शिलालेख पत्थरां ते शिलालेख ਜਿਹੜੇ ਬਣੇ ਗਏ ਸੀ ਤਾਂ ਉਹਦੇ ਵਿੱਚ ਦੇਖੋ ਅਸ਼ੋਕ ਨਾਮ ਨਹੀਂ ਮਿਲਦਾ। ਅਸ਼ੋਕ ਨਾਮ ਨਹੀਂ ਮਿਲਦਾ। ਇਹ ਹੁਣ ਅਸੀਂ ਵੈਸੇ ਪੜ੍ਹ ਲੈਂਦੇ ਹਾਂ, ਸਾਨੂੰ ਹੁਣ ਚਲੋ ਨੌਲੇਜ ਹੋ ਗਈ, ਅਸੀਂ ਕਿਤਾਬਾਂ ਰਾਹੀਂ ਪੜ੍ਹ ਲਿਆ ਕਿ ਇਹ ਅਸ਼ੋਕ ਨੇ ਲਿਖਤਾਂ ਲਿਖਵਾਈਆਂ, ਪਰ ਉਸ ਦੇ ਉੱਤੇ ਅਸ਼ੋਕ ਨਾਮ ਲਿਖਿਆ ਨਹੀਂ ਮਿਲਿਆ। ਤੇ ਗੱਲ ਆਉਂਦੀ ਆ ਫਿਰ ਉਹਨੂੰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਸੀ। ਉਹਨੂੰ ਜਾਣਿਆ ਜਾਂਦਾ ਸੀ ਜੀ ਪ੍ਰਿਯਦਰਸ਼ੀ ਨਾਮ ਨਾਲ। ਠੀਕ। ਸਾਲ 1915 ਵਿੱਚ ਕਰਨਾਟਕ ਦੇ ਰਾਇਚੂਰ ਜ਼ਿਲ੍ਹੇ ਵਿੱਚ ਮਾਸਕੀ ਨਾਮਕ ਇੱਕ ਪਿੰਡ ਦੇ ਨੇੜੇ ਇੱਕ ਪਹਾੜੀ ਉੱਤੇ ਇੱਕ ਚੱਟਾਨ ਸ਼ਿਲਾਲੇਖ ਦੀ ਖੋਜ ਕੀਤੀ ਗਈ ਸੀ। ਇੱਕ ਸ਼ਿਲਾਲੇਖ ਪਾਇਆ ਗਿਆ ਕਿੱਥੇ, ਕਰਨਾਟਕ ਵਿੱਚ। ਇਸ ਸ਼ਿਲਾਲੇਖ ਵਿੱਚ ਪਹਿਲੀ ਵਾਰ ਅਸ਼ੋਕ ਦਾ ਨਾਮ ਦੇਵਨਪ੍ਰਿਆ ਅਤੇ ਪ੍ਰਿਯਦਰਸ਼ੀ ਵਰਗੇ ਸ਼ਿਲਾਲੇਖਾਂ ਨਾਲ ਪਾਇਆ ਗਿਆ ਸੀ। ਤਦ ਇਹ ਪੱਕਾ ਹੋ ਗਿਆ ਸੀ ਕਿ ਦੇਵਨਪ੍ਰਿਆ ਪ੍ਰਿਯਦਰਸ਼ੀ ਕੋਈ ਹੋਰ ਨਹੀਂ ਸਗੋਂ ਅਸ਼ੋਕ ਹੀ ਸੀ। ਤਾਂ ਪ੍ਰਿਯਦਰਸ਼ੀ, ਦੇਵਨਪ੍ਰਿਆ ਪ੍ਰਿਯਦਰਸ਼ੀ ਕਿਹਨੂੰ ਕਹਿੰਦੇ ਜੀ, ਅਸ਼ੋਕ ਨੂੰ। ਠੀਕ ਹੈ ਜੀ। The term Javanpriya mentioned in ancient Sanskrit texts denoted Javanpriya। ਸੰਸਕ੍ਰਿਤ ਵਿੱਚ ਪੁਰਾਣੇ ਜ਼ਮਾਨੇ ਵਿੱਚ ਜਵਨਪ੍ਰਿਆ ਸ਼ਬਦ ਦਾ ਕੀ ਮਤਲਬ ਸੀ। ਇਹ ਪ੍ਰਸ਼ਨ ਥੋੜਾ ਟਫ ਆ, ਤੁਸੀਂ ਇਸ ਤਰ੍ਹਾਂ ਦੇ ਕੁਐਸਚਨ ਜੇ ਨਹੀਂ ਆਉਂਦੇ ਅਟੈਂਪਟ ਨਹੀਂ ਕਰਨੇ, ਛੱਡ ਦੇਣੇ ਆ। ਏਸ਼ੀਅਨ ਹਿਸਟਰੀ ਦੇ ਕਈ ਪ੍ਰਸ਼ਨ ਜ਼ਿਆਦਾ ਟਫ ਹੁੰਦੇ ਆ, ਤੁਸੀਂ ਸਾਰੇ ਨਹੀਂ ਕਰਨ ਲੱਗ ਪੈਣਾ, ਛੱਡ ਦੇਣੇ, ਜੇ ਨਹੀਂ ਆਉਂਦੇ ਛੱਡ ਦੇਣੇ। ਇਹ ਜੀ ਕਾਲੀ ਮਿਰਚ ਨੂੰ ਕਿਹਾ ਜਾਂਦਾ ਸੀ ਜਵਨਪ੍ਰਿਆ। ਕਿਉਂ, ਆਹ ਦੇਖ ਲਓ ਜੀ। ਜਵਨ ਇੰਡੋ ਜਨਾਨੀ ਲੋਕ ਸਨ। ਇੰਡੋ ਜਨਾਨੀ, ਯੂਨਾਨ ਦੀ ਉਹ ਸ਼ਾਖਾ ਜਿਹੜੀ ਭਾਰਤ ਵਿੱਚ ਆ ਕੇ ਵਸ ਗਈ ਸੀ, ਉੱਤਰ ਪੂਰਬ ਭਾਰਤ ਵਿੱਚ। ਉਹਨਾਂ ਨੂੰ ਮਿਰਚ ਬੜੀ ਪਸੰਦ ਸੀ, ਮਿਰਚ ਪਸੰਦ ਸੀ। ਇਸ ਲਈ ਉਹਨਾਂ ਨੂੰ ਕਿਹਾ ਹੈ, ਕੀ ਕਹਿੰਦੇ ਸੀ, ਮਿਰਚ ਨੂੰ ਜਵਨਪ੍ਰਿਆ ਕਿਹਾ ਜਾਂਦਾ ਸੀ ਵੀ ਇਹ ਕੀ ਆ, ਉਹਨਾਂ ਨੂੰ ਜਵਨਪ੍ਰਿਆ, ਵੀ ਇਹਨਾਂ ਨੂੰ ਮਿਰਚ ਪਸੰਦ ਆ। ਅਗਲਾ ਪ੍ਰਸ਼ਨ ਦੇਖੋ ਜੀ। ਦ ਕੰਸੈਪਟ ਆਫ ਅਨੁਬ੍ਰਤਾ ਵਾਜ਼ ਐਡਵੋਕੇਟਡ ਬਾਏ। ਅਨੁਬ੍ਰਤਾ ਜਿਹੜਾ ਕੰਸੈਪਟ ਆ ਉਹ ਕਿਹੜੇ
धार्मिक फिलोसफी के अंतर्गत आंदा जी। अनुव्रत, देखो जी की हो सकता आंसर, अनुव्रत। आंसर है जी सी। अनुव्रत जैन धर्म ਦੀਆਂ 5 ਮੁੱਖ ਸਿੱਖਿਆਵਾਂ ਸਨ। ਅਹਿੰਸਾ, ਅਸਤਿਆ ਮਤਲਬ ਸੱਚ ਬੋਲਣਾ, ਅਸਤਿਆ ਨਹੀਂ ਬੋਲਣਾ, अपरिग्रह, सत्या ਅਤੇ ब्रह्मचार्य। ਇਹ ਚਲੋ ਇਹ ਥੋੜੇ ਟੈਕਨੀਕਲ ਸ਼ਬਦ ਹੋ ਗਏ, ਪਰ ਅਸੀਂ 5 ਉਹਨਾਂ ਦੀ ਸਿੱਖਿਆਵਾਂ ਪੜ੍ਹੀਆਂ ਆ ਜੈਨ ਧਰਮ ਦੀਆਂ, ਤੇ ਇਹ 5 ਸਿੱਖਿਆਵਾਂ ਨੂੰ ਕਲੈਕਟਿਵਲੀ ਅਨੁਵ੍ਰਤ ਕਿਹਾ ਜਾਂਦਾ ਸੀ। ਕੀ ਕਿਹਾ ਜਾਂਦਾ ਸੀ? ਅਨੁਵ੍ਰਤ। ਇਹ ਤੁਸੀਂ ਨਾ ਉਸੇ ਵੇਲੇ ਡਾਇਰੀ ਤੇ ਲਿਖ ਲੈਣੀਆਂ, ਇਹ ਗੱਲਾਂ ਬਾਰ-ਬਾਰ ਪੜ੍ਹਨੀਆਂ, ਇਹਨਾਂ ਉੱਤੇ ਦੁਬਾਰਾ ਪ੍ਰਸ਼ਨ ਪੁੱਛੇ ਜਾ ਸਕਦੇ ਆ, ਹੋਰ ਨਹੀਂ ਤਾਂ ਸਟੇਟ ਲੈਵਲ ਤੇ ਪ੍ਰਸ਼ਨ ਪੁੱਛ ਲੈਣੇ ਉਹਨਾਂ ਨੇ। ਤਾਂ ਕੀ ਆਂਸਰ ਹੋ ਗਿਆ ਜੀ? ਅਨੁਵ੍ਰਤ ਫਿਲੋਸਫੀ ਕਿਹੜੇ ਧਰਮ ਦੀ ਆ? ਜੈਨਿਜ਼ਮ ਵਿੱਚ। ਜਿਹੜੀ ਜੈਨ ਵਿੱਚ 5 ਸਿੱਖਿਆਵਾਂ ਆ ਉਹਨਾਂ ਨੂੰ ਕਲੈਕਟਿਵਲੀ ਇਕੱਠੇ ਤੌਰ ਤੇ ਕੀ ਕਹਿ ਦਿੱਤਾ ਜਾਂਦਾ ਆ? ਅਨੁਵ੍ਰਤ। ਠੀਕ ਹੈ ਜੀ। ਅਗਲਾ ਪ੍ਰਸ਼ਨ ਦੇਖਦੇ ਹਾਂ। ਅਕੋਰਡਿੰਗ ਟੂ ਮੀਮਾਂਸਾ ਸਿਸਟਮ ਆਫ ਫਿਲੋਸਫੀ, ਦੇਖੋ ਸਾਡੇ ਨਾ ਪੁਰਾਣੇ ਸਮੇਂ ਵਿੱਚ ਧਰਮ ਦੀਆਂ 5-6 ਫਿਲੋਸਫੀਆਂ ਹੋਈਆਂ ਆ। ਜੈਨ ਕੀ ਕਹਿੰਦੇ ਆ, ਬੁੱਧ ਕੀ ਕਹਿੰਦੇ ਆ, ਯੋਗ ਫਿਲੋਸਫੀ ਕੀ ਕਹਿੰਦੀ ਆ, ਅਜੀਵਿਕਾ ਕੀ ਕਹਿੰਦੇ ਆ, ਮੀਮਾਂਸਾ ਫਿਲੋਸਫੀ ਕੀ ਕਹਿੰਦੇ ਆ, ਇਸ ਤਰ੍ਹਾਂ ਦੀਆਂ ਫਿਲੋਸਫੀਆਂ ਹੋਈਆਂ ਆ। ਤੇ ਉਸ ਵਿੱਚ ਕਹਿੰਦੇ ਕਿ ਮੀਮਾਂਸਾ ਫਿਲੋਸਫੀ ਕੀ ਕਹਿੰਦੀ ਆ? ਉਹ ਕੀ ਕਹਿੰਦੀ ਹੈ ਕਿ ਲਿਬਰੇਸ਼ਨ ਇਜ਼ ਪੋਸੀਬਲ ਬਾਏ ਮੀਨਸ ਵਾ, ਹੈ ਨਾ, ਕਿਹੜੇ ਉਹ ਕਿਹੜੇ ਮਾਰਗ ਦੁਆਰਾ ਤੁਹਾਡੀ ਮੁਕਤੀ ਸੰਭਵ ਹੈ ਜੀ। ਲਿਬਰੇਸ਼ਨ ਜੇ ਤੁਸੀਂ ਪ੍ਰਾਪਤ ਕਰਨੀ ਆ, ਮੋਕਸ਼ ਪ੍ਰਾਪਤ ਕਰਨਾ ਆ, ਮੁਕਤੀ ਪ੍ਰਾਪਤ ਕਰਨੀ ਆ, ਤਾਂ ਕੀ ਕਰਨਾ ਚਾਹੀਦਾ ਆ? ਆਂਸਰ ਹੈ ਜੀ ਡੀ। ਉਹ ਕਹਿੰਦੇ ਜੀ ਕਰਮ ਦਾ ਸਿਧਾਂਤ, ਚੰਗੇ ਕੰਮ ਕਰੋਗੇ ਤਾਂ ਤੁਹਾਨੂੰ ਫਲ ਚੰਗਾ ਮਿਲੂਗਾ ਤੇ ਤੁਹਾਡੀ ਮੁਕਤੀ ਹੋਵੇਗੀ। ਇਹ ਮੀਮਾਂਸਾ ਸਕੂਲ ਆਫ ਫਿਲੋਸਫੀ ਕਹਿੰਦੀ ਆ। ਥੋੜਾ ਇਹਨਾਂ ਬਾਰੇ ਹੋਰ ਪੜ੍ਹ ਲਈਏ। ਮੀਮਾਂਸਾ ਦਾ ਅਰਥ ਹੈ ਜਾਂਚ ਕਰਨਾ, ਹਰੇਕ ਚੀਜ਼ ਦੀ ਘੋਖ ਪੜਤਾਲ ਕਰਨੀ, ਜਾਂਚ ਕਰਨੀ। ਮੁੱਢਲੀ ਜਾਂਚ ਵੇਦਾਂ ਦੇ ਨਜ਼ਦੀਕੀ ਧਰਮ ਸ਼ਾਸਤਰ ਤੇ ਆਧਾਰਿਤ ਧਰਮ ਦੀ ਪ੍ਰਕਿਰਤੀ ਬਾਰੇ ਹੈ, ਵੀ ਜੋ ਧਰਮ ਵੇਦਾਂ ਨੇ ਦੱਸਿਆ ਉਸ ਬਾਰੇ ਉਹ ਚੀਜ਼ ਨੂੰ ਪੜ੍ਹਨਾ, ਉਹਦੀ ਘੋਖ ਪੜਤਾਲ ਕਰਨੀ, ਹੈ ਨਾ, ਥੋੜਾ ਡੀਪ ਅੰਡਰਸਟੈਂਡਿੰਗ ਕਰਨੀ। ਇਸ ਦੇ 2 ਭਾਗ ਹਨ, ਪੂਰਵ ਮੀਮਾਂਸਾ ਅਤੇ ਉੱਤਰ ਮੀਮਾਂਸਾ। ਦੇਖੋ ਜੀ ਪੂਰਵ ਤੇ ਉੱਤਰ ਸ਼ਬਦ ਜਿਹੜੇ ਹਿਸਟਰੀ ਦੇ ਨਾ ਹਿੰਦੀ ਦੀ ਆ, ਇਹਦਾ ਮਤਲਬ ਇਹ ਨਹੀਂ ਕਿ ਡਾਇਰੈਕਸ਼ਨ ਆ। ਇਹ ਪੂਰਵ ਦਾ ਮਤਲਬ ਹੁੰਦਾ ਪਹਿਲਾ ਤੇ ਉੱਤਰ ਦਾ ਮਤਲਬ ਹੁੰਦਾ ਬਾਅਦ ਵਿੱਚ। ਪਹਿਲਾ ਵਾਲਾ ਮੀਮਾਂਸਾ ਤੇ ਬਾਅਦ ਵਾਲਾ ਮੀਮਾਂਸਾ। ਪੂਰਵ ਮੀਮਾਂਸਾ ਧਰਮ ਨੂੰ ਗੁਣ, ਨੈਤਿਕਤਾ ਅਤੇ ਫਰਜ਼ ਵਜੋਂ ਸਮਝਾਉਂਦੀ ਹੈ। ਪਹਿਲੇ ਵਾਲੇ 'ਚ ਕੀ ਆ ਕਿ ਤੁਸੀਂ ਵਰਚੂ ਲਿਆਉਣੇ ਆ, ਚੰਗੇ ਗੁਣ। ਇੱਥੇ ਲਿਖੋ ਚੰਗੇ ਗੁਣ, ਚੰਗੇ ਗੁਣ ਧਾਰਨ ਕਰਨੇ ਆ ਆਪਣੇ ਵਿੱਚ, ਨੈਤਿਕਤਾ ਲਿਆਉਣੀ ਆ, ਆਪਣਾ ਫਰਜ਼ ਪਛਾਣਨਾ ਆ, ਤਾਂ ਹੀ ਤੁਹਾਡੀ ਮੁਕਤੀ ਹੋਏਗੀ। ਇਸ ਤਰ੍ਹਾਂ ਦੀ ਚੀਜ਼ਾਂ ਤੇ ਜ਼ੋਰ ਦੇਣਾ। ਪਰ ਮੇਨ ਤੌਰ ਤੇ ਜੇ ਕਹੀਏ ਤਾਂ ਮੀਮਾਂਸਾ ਦਾ ਦਰਸ਼ਨ ਪ੍ਰਣਾਲੀ ਕਰਮ ਦੇ ਸਿਧਾਂਤ ਤੇ ਜ਼ੋਰ ਦਿੰਦਾ ਹੈ, ਵੀ ਤੁਸੀਂ ਚੰਗੇ ਕਰਮ ਕਰਨੇ ਆ, ਜੇ ਚੰਗੇ ਕਰਮ ਕਰੋਗੇ ਤਾਂ ਤੁਹਾਨੂੰ ਚੰਗਾ ਫਲ ਮਿਲੇਗਾ, ਤਾਂ ਤੁਹਾਡੀ ਮੁਕਤੀ ਹੋਵੇਗੀ। ਇਸ ਅਨੁਸਾਰ ਮੁਕਤੀ ਕਰਮ ਕਰਨ ਦੁਆਰਾ ਸੰਭਵ ਹੈ। ਠੀਕ ਹੈ ਜੀ। ਮੁਕਤੀ ਲਈ ਕੀ ਚਾਹੀਦਾ? ਆਪਣਾ ਕਰਮ ਸਹੀ ਕਰਨੇ। ਠੀਕ ਹੈ ਜੀ। ਅਗਲਾ ਪ੍ਰਸ਼ਨ ਦੇਖੋ ਜੀ। ਬ੍ਰੌਂਜ ਆਈਕਨਸ ਆਫ ਨਟਰਾਜ ਕਾਸਟ ਡਿਊਰਿੰਗ ਦਾ ਚੋਲਾ ਪੀਰੀਅਡ ਇਨਵੇਰੀਏਬਲੀ ਸ਼ੋ ਦਾ ਡੀਟੀ ਵਿਦ, ਦੇਖੋ ਇਹ ਅਸੀਂ ਪੜ੍ਹਿਆ ਕਿ ਚੋਲਾ ਕਾਲ ਵਿੱਚ ਬ੍ਰੌਂਜ ਕੀ ਹੁੰਦਾ ਜੀ? ਕਾਂਸੇ ਦੀਆਂ ਮੂਰਤੀਆਂ ਬੜੀਆਂ ਪ੍ਰਸਿੱਧ ਸੀ। ਅੱਜ ਵੀ ਇਹਨਾਂ ਦੀ ਜਿਹੜੀ ਕਾਂਸੇ ਦੀਆਂ ਮੂਰਤੀ ਬਣਾਉਣ ਦੀ ਕਲਾ ਆ ਉਹ ਬੜੀ ਫੇਮਸ ਆ। ਤੇ ਉਹਦੇ ਵਿੱਚ ਜਿਹੜੀ ਨਾ ਇੱਕ ਭਗਵਾਨ ਦੀ ਮੂਰਤੀ ਮਿਲੀ ਸੀ, ਉਹਦੇ ਕਿੰਨੇ ਹੱਥ ਸੀ? ਇਸ ਦੇ ਉੱਤੇ ਸਬਜੈਕਟਿਵ ਪ੍ਰਸ਼ਨ ਵੀ ਆਇਆ ਆ ਤੇ ਆਬਜੈਕਟਿਵ ਕੁਐਸਚਨ ਵੀ ਆਉਂਦੇ ਰਹਿੰਦੇ ਆ ਇਸ ਟੌਪਿਕ ਤੇ। ਦੇਖਦੇ ਹਾਂ ਜੀ ਕਿੰਨੇ ਹੱਥ ਸੀ, ਜਰਾ ਸੋਚੋ ਤੁਸੀਂ। ਪਹਿਲਾਂ ਫੋਟੋ ਦੇਖ ਲੈਂਦੇ ਆ। ਆਹ ਦੇਖੋ, ਆਹ ਮੂਰਤੀ ਆ ਜੀ, ਇਹਦੇ ਵਿੱਚ ਦੇਖੋ 2 ਹੱਥ ਇੱਧਰ ਆ ਤੇ 2 ਹੱਥ ਇੱਧਰ ਆ, ਤਾਂ ਕਿੰਨੇ ਹੱਥ ਹੋ ਗਏ? 4। ਇਸ ਫਿਗਰ ਨੂੰ ਤੁਸੀਂ ਸਮਝਣਾ ਆ। ਆਹ 2 ਹੱਥ ਤਾਂ ਉਹਨਾਂ ਨੇ, ਇੱਕ ਹੱਥ ਸਿੱਧਾ ਤੇ ਇੱਕ ਥੱਲੇ ਨੂੰ ਡਾਇਰੈਕਸ਼ਨ ਕਰਦਾ ਪਿਆ। ਬੇਸਿਕਲੀ ਇੱਥੇ ਇਹ ਸ਼ਿਵਾ ਡਾਂਸ ਕਰਦੇ ਪਏ ਆ ਜੀ, ਕਾਸਮਿਕ ਡਾਂਸ। ਤੇ ਇੱਕ ਹੱਥ ਵਿੱਚ ਡਮਰੂ ਫੜਿਆ ਆ, ਤਾਂ ਇੱਕ ਹੱਥ ਵਿੱਚ ਅਗਨੀ ਆ। ਠੀਕ, ਤਾਂ ਇੱਕ ਹੱਥ ਜ਼ਮੀਨ ਤੇ ਆ, ਜ਼ਮੀਨ ਤੇ ਤਾਂ ਨਹੀਂ, ਕਿਸੇ ਦੇ ਉੱਤੇ ਆ ਜੀ, ਰਾਕਸ਼ਸ ਦੇ ਉੱਤੇ ਜਾਂ ਕਿਹਦੇ ਆ ਤੁਸੀਂ ਸਮਝਣਾ ਆ। ਤਾਂ ਇੱਕ ਹੱਥ ਹਵਾ, ਇੱਕ ਪੈਰ ਹਵਾ ਵਿੱਚ ਆ, ਇਹ ਤੁਸੀਂ ਦੇਖਣਾ। ਤੇ ਹੱਥ ਕਿੰਨੇ ਹੋ ਗਏ ਜੀ ਟੋਟਲ? 4। ਇਸ ਮੂਰਤੀ ਨੂੰ ਹੋਰ ਸਟੱਡੀ ਕਰ ਲੈਣਾ ਤੁਸੀਂ, ਕਿਉਂਕਿ ਹੋਰ ਪ੍ਰਸ਼ਨ ਵੀ ਪੁੱਛੇ ਜਾ ਸਕਦੇ ਆ। ਅਗਲਾ ਪ੍ਰਸ਼ਨ ਜੀ। ਅਕੋਰਡਿੰਗ ਟੂ ਏਸ਼ੀਅੰਟ ਇੰਡੀਅਨ ਕੋਸਮੋਜੋਨਿਕ ਆਈਡੀਆਜ਼ ਦਾ ਸਿਕੁਐਂਸ਼ੀਅਲ ਆਰਡਰ ਆਫ ਦਾ ਸਾਈਕਲ ਆਫ 4 ਯੁੱਗ, ਜਿਹੜੇ 4 ਯੁੱਗ ਆ ਜੀ ਸਾਡੇ ਇੱਥੇ ਮੰਨੇ ਜਾਂਦੇ ਆ। ਕ੍ਰਿਤਾ ਮਤਲਬ ਸਤਯੁਗ, ਦੁਆਪਰ, ਤ੍ਰੇਤਾ ਤੇ ਕਲਯੁਗ। ਤੇ ਇਹਨਾਂ ਦੀ ਸੀਕੁਐਂਸ ਕੀ ਆ? ਆਂਸਰ ਦੇਖ ਲੈਂਦੇ ਜੀ। ਇੱਕ ਪੂਰਨ ਯੁੱਗ
ਸਤਯੁਗ ਮਤਲਬ ਕ੍ਰਿਤਾ ਇਸ ਨਾਲ ਸ਼ੁਰੂ ਹੁੰਦਾ ਹੈ ਅਤੇ ਤ੍ਰੇਤਾ ਯੁਗ ਅਤੇ ਦੁਆਪਰ ਯੁਗ ਤੋਂ ਹੋ ਕੇ ਕਲਯੁਗ ਤੱਕ ਪਹੁੰਚਦਾ ਹੈ। ਠੀਕ ਹੈ ਜੀ, ਆਂਸਰ ਹੈ ਸੀ। ਆਂਸਰ ਕੀ ਹੈ? ਸੀ। ਪਹਿਲਾਂ ਕ੍ਰਿਤਾ ਮਤਲਬ ਸਤਯੁਗ, ਫਿਰ ਤ੍ਰੇਤਾ, ਫਿਰ ਦੁਆਪਰ ਤੇ ਫਿਰ ਕਲਯੁਗ। ਇਹ ਸੀਕੁਐਂਸ ਤੁਸੀਂ ਲਿਖ ਲੈਣੀ, ਨੋਟ ਕਰ ਲੈਣੀ ਜੀ। ਇੱਕ ਡਾਇਰੀ ਤੇ ਇਸ ਤਰ੍ਹਾਂ ਦੇ ਗੱਲਾਂ ਜਿਹੜੇ ਜ਼ਿਆਦਾ ਫੈਕਚੁਅਲ ਆ ਉਹ ਤੁਸੀਂ ਲਿਖ ਲੈਣੀਆਂ ਤੇ ਐਗਜ਼ਾਮ ਤੋਂ ਪਹਿਲਾਂ ਤੁਹਾਡੇ ਕੋਲ 2-3 ਰਜਿਸਟਰ ਤਿਆਰ ਹੋ ਜਾਣੇ ਆ ਜੀ ਇਸ ਤਰ੍ਹਾਂ ਦੇ। ਤਾਂ ਤੁਸੀਂ ਇੱਕ ਹਫ਼ਤਾ ਪਹਿਲਾਂ 4-5 ਦਿਨ ਪਹਿਲਾਂ ਇਹੀ ਰਜਿਸਟਰ ਬਾਰ-ਬਾਰ ਰਿਵਾਈਜ਼ ਕਰਨੇ ਆ। ਕ੍ਰੇਤਾ, ਤ੍ਰੇਤਾ, ਦੁਆਪਰ ਤੇ ਕਲਯੁਗ। ਅਗਲਾ ਪ੍ਰਸ਼ਨ, which one of the following temples figured in the news regarding the institution of ਦੇਵਦਾਸੀ? ਇਹ ਵੀ ਤੁਸੀਂ ਅੰਦਾਜ਼ਾ ਮਾਰੋ। ਇਹ ਪ੍ਰਸ਼ਨ ਹੁਣ ਨਹੀਂ ਆਉਣਾ ਪਰ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਦੇਖੋ ਆ ਕਰੰਟ ਅਫੇਅਰਸ ਦਾ ਪ੍ਰਸ਼ਨ ਵੀ ਹੋ ਗਿਆ ਤੇ ਹਿਸਟਰੀ ਦਾ ਪ੍ਰਸ਼ਨ ਵੀ ਹੋ ਗਿਆ ਵੀ ਕਿਹੜਾ ਉਹ ਮੰਦਿਰ ਸੀ ਜਿਹੜਾ ਦੇਵਦਾਸੀ ਪ੍ਰਥਾ ਨਾਲ ਸੰਬੰਧ ਹੋਣ ਕਰਕੇ ਨਿਊਜ਼ ਵਿੱਚ ਸੀ। ਆਂਸਰ ਹੈ ਜੀ ਇਹਦਾ ਜਗਨਨਾਥਪੁਰੀ। ਪਰ ਆਪਾਂ ਕੰਸੈਪਟ ਸਮਝ ਲਈਏ, ਕੰਸੈਪਟ ਸਮਝ ਲੈਂਦੇ ਜੀ। ਹੁੰਦਾ ਕੀ ਸੀ ਨਾ ਕਿ ਟੀਨੇਜਰ ਗਰਲਸ ਨੂੰ ਨਾ, ਛੋਟੀ ਉਮਰ ਦੀ ਲੜਕੀਆਂ ਨੂੰ ਦੇਵ ਦੀ ਦਾਸੀ ਬਣਾ ਕੇ ਮਤਲਬ ਭਗਵਾਨ ਦੀ ਦਾਸੀ ਬਣਾ ਕੇ ਵੀ ਉਹ ਜਗਨਨਾਥ ਜਿਹੜਾ ਭਗਵਾਨ ਆ ਉਹਦੀ ਕੀ ਆ ਦਾਸੀ ਆ ਤੇ ਉਹਨੂੰ ਮੰਦਿਰ ਵਿੱਚ ਡੋਨੇਟ ਕਰ ਦਿੱਤਾ ਜਾਂਦਾ ਸੀ, ਦਾਨ ਕਰ ਦਿੱਤਾ ਜਾਂਦਾ ਸੀ। ਤਾਂ ਉਹ ਲੜਕੀ ਰਹਿੰਦੀ ਉਮਰ ਆਪਣੀ ਉਸੇ ਮੰਦਿਰ ਵਿੱਚ ਬਿਤਾਉਂਦੀ ਸੀ। ਠੀਕ, ਇਹ ਤਾਂ ਹੋ ਗਿਆ ਜੀ ਧਾਰਮਿਕ ਐਂਗਲ। ਪਰ ਕਹਿੰਦੇ ਆ ਕਿ ਇਹ ਨਾ ਇੱਕ ਕੁਰੀਤੀ ਆ। ਇਹਦੇ ਵਿੱਚ ਕੀ ਆ ਕਿ ਉਸ ਲੜਕੇ ਨੂੰ ਤੁਸੀਂ ਪੂਰੀ ਜ਼ਿੰਦਗੀ ਲਈ ਮੰਦਿਰ ਦੇ ਕੰਮ ਵਿੱਚ ਲਾਈ ਰੱਖਦੇ ਆ। ਹੁਣ ਇਹ ਵੀ ਪਾਇਆ ਗਿਆ ਕਿ ਜਿਹੜਾ ਮੰਦਿਰ ਦਾ ਮੇਨ ਪੁਜਾਰੀ ਹੁੰਦੇ ਆ ਨਾ ਜਿਹੜੇ, ਉਹ ਉਹਨਾਂ ਲੜਕੀਆਂ ਨਾਲ ਭੋਗ ਕਰਦੇ ਆ ਤੇ ਉਹਨਾਂ ਦੀ ਹਾਲਤ ਸਹੀ ਨਹੀਂ ਹੈ ਲੜਕੀਆਂ ਦੀ। ਕਿਉਂਕਿ ਕੁਛ ਡਾਕੂਮੈਂਟਰੀਜ਼ ਆਈਆਂ ਬਾਹਰ, ਤੱਥ ਆਏ ਬਾਹਰ ਕਿ ਕੁਛ ਲੜਕੀਆਂ ਜੋ ਬਚ ਕੇ ਆਈਆਂ ਉਹਨਾਂ ਨੇ ਆਪਣੀ ਵਿਅਥਾ ਸੁਣਾਈ ਵੀ ਸਾਡੇ ਨਾਲ ਕੀ ਹੁੰਦਾ ਉੱਥੇ। ਤੇ ਦੂਸਰੇ ਹਿਸਾਬ ਨਾਲ ਤੁਸੀਂ ਵੀ ਜਿਹੜਾ ਸੋਚ ਕੇ ਦੇਖੋ ਵੀ ਧਰਮ ਦੇ ਨਾਂ ਤੇ ਇੱਕ ਲੜਕੀ ਨੂੰ ਸਾਰੀ ਉਮਰ ਤੁਸੀਂ ਕੀ ਆ ਉੱਥੇ ਸੇਵਾ ਲਈ ਲਾਤਾ। ਠੀਕ ਆ ਜੀ। ਤਾਂ ਦੇਵਦਾਸੀ ਕੀ ਆ? ਇੱਕ ਲੜਕੀ ਹੁੰਦੀ ਸੀ ਜੋ ਆਪਣੀ ਬਾਕੀ ਦੀ ਜ਼ਿੰਦਗੀ ਲਈ ਕਿਸੇ ਦੇਵਤੇ ਜਾਂ ਮੰਦਿਰ ਦੀ ਪੂਜਾ ਅਤੇ ਸੇਵਾ ਲਈ ਸਮਰਪਿਤ ਹੁੰਦੀ ਸੀ ਵੀ ਤੁਹਾਨੂੰ ਦਾਨ ਕਰਤਾ ਅਸੀਂ ਮੰਦਿਰ ਤੇ ਸਾਰੀ ਉਮਰ ਤੁਸੀਂ ਇੱਥੇ ਹੀ ਸੇਵਾ ਕਰਨੀ ਆ। ਉਹਨਾਂ ਨੂੰ ਭਗਵਾਨ ਜਗਨਨਾਥ ਦੀ ਮਨੁੱਖੀ ਪਤਨੀ ਮੰਨਿਆ ਜਾਂਦਾ ਸੀ। ਜਗਨਨਾਥ ਦੀ ਪਤਨੀ ਆ ਜੀ ਇਹ। ਠੀਕ, ਇਹ ਕੰਸੈਪਟ ਆ। The river most mentioned in the early Vedic literature is ਸ਼ੁਰੂਆਤੀ ਯੁੱਗ ਵਾਲੇ ਵੈਦਿਕ ਕਾਲ ਵਿੱਚ ਕਿਹੜੀ ਨਦੀ ਦਾ ਨਾਂ ਸਭ ਤੋਂ ਜ਼ਿਆਦਾ ਆਉਂਦਾ ਜੀ, ਮੈਂਸ਼ਨ ਕੀਤਾ ਜਾਂਦਾ? ਉਹ ਹੈ ਜੀ ਸਿੰਧੂ। ਯਾਦ ਰੱਖਿਓ, ਜਿਹੜੀ ਨਦੀ ਸਭ ਤੋਂ ਜ਼ਿਆਦਾ ਮੈਂਸ਼ਨ ਕੀਤੀ ਗਈ ਜਿਹਦਾ ਜ਼ਿਕਰ ਆਉਂਦਾ ਆ ਵੈਦਿਕ ਲਿਟਰੇਚਰ ਵਿੱਚ, ਅਰਲੀ ਵੈਦਿਕ ਸ਼ੁਰੂਆਤੀ ਵੈਦਿਕ ਸਾਹਿਤ ਵਿੱਚ, ਉਹ ਹੈ ਜੀ ਸਿੰਧੂ। ਪਰ ਇੱਥੇ ਇਹ ਵੀ ਯਾਦ ਰੱਖਿਓ ਕਿ ਜਿਹੜੀ ਨਦੀ ਸਭ ਤੋਂ ਜ਼ਿਆਦਾ ਪ੍ਰੋਮੀਨੈਂਟ ਸੀ, ਸਭ ਤੋਂ ਜ਼ਿਆਦਾ ਪ੍ਰਸਿੱਧ ਸੀ, ਉਹ ਸੀ ਜੀ ਸਰਸਵਤੀ। ਜਿਹੜੀ ਹੁਣ ਵਿਲੁਪਤ ਹੋ ਗਈ ਆ ਉਹ ਸੀ ਜੀ ਸਰਸਵਤੀ। ਇਹ ਸਭ ਤੋਂ ਜ਼ਿਆਦਾ ਪ੍ਰਸਿੱਧ ਸੀ। ਤਾਂ ਸਭ ਤੋਂ ਜ਼ਿਆਦਾ ਮੈਂਸ਼ਨ ਕਿਹੜੀ ਹੋਈ ਹੈ ਜਿਹਦਾ ਜ਼ਿਕਰ ਬਾਰ-ਬਾਰ ਆਉਂਦਾ? ਉਹ ਹੈ ਜੀ ਸਿੰਧੂ। ਤਾਂ ਆਨਸਰ ਕੀ ਹੋ ਗਿਆ? ਏ। ਤੁਸੀਂ ਨਾ ਪਲੀਜ਼ ਵੀਡੀਓ ਨੂੰ ਪੌਜ਼ ਕਰਕੇ ਆਨਸਰ ਦੇਣ ਦੀ ਕੋਸ਼ਿਸ਼ ਕਰਨੀ ਹੈ ਖੁਦ। ਓਕੇ, ਅਗਲਾ ਪ੍ਰਸ਼ਨ ਦੇਖਦੇ ਹਾਂ ਜੀ। Which one of the following is not a part of early Jain literature? ਇਹਨਾਂ ਵਿੱਚ ਕਿਹੜਾ ਅਰਲੀ ਜੈਨ ਲਿਟਰੇਚਰ ਦਾ ਪਾਰਟ ਨਹੀਂ ਆ? ਹੁਣ ਤੁਸੀਂ ਕਹੋਗੇ ਸਰ ਵੀ ਆਪਾਂ ਆਨਸਰ ਪੜ੍ਹਦੇ ਪਹਿਲਾਂ। ਦੇਖੋ, ਥੇਰੀ ਗਾਥਾ, ਅਕਾਰਨ ਗਾ ਸੂਤਰਾ, ਸੂਤਰ ਕ੍ਰਿਤਾਂਗਾ, ਬ੍ਰਿਹਤ ਕਲਪਸੂਤਰਾ। ਆ ਹੋ ਗਏ ਜੀ ਤੇ 4 ਨਾਮ ਦੇ ਦਿੱਤੇ ਤੁਹਾਨੂੰ। ਆਨਸਰ ਹੈ ਜੀ ਇਹ ਲੱਭਣਾ ਆਪਾਂ ਕਿ ਕਿਹੜਾ ਨਹੀਂ ਆ, ਜੈਨ ਸਾਹਿਤ ਦਾ ਪਾਠ ਨਹੀਂ ਆ। ਹੁਣ ਆਹ ਸਾਰੇ ਨਾਮ ਤੁਹਾਨੂੰ ਯਾਦ ਨਹੀਂ ਹੋਣੇ, ਪਰ ਜੇ ਤੁਹਾਨੂੰ ਥੇਰੀ ਗਾਥਾ ਪਤਾ ਆ, ਥੇਰੀ ਗਾਥਾ ਕੀ ਹੁੰਦਾ ਤੁਸੀਂ ਆਨਸਰ ਕੱਢ ਲਓਗੇ। ਥੇਰੀ ਗਾਥਾ ਦੇਖੋ, ਜੋ ਨਾ ਜਿੱਦਾਂ ਆਪਾਂ ਪਹਿਲਾਂ ਹਿੰਦੂਇਜ਼ਮ ਵਿੱਚ ਪੜ੍ਹਿਆ, ਬ੍ਰਾਹਮਣਿਜ਼ਮ ਵਿੱਚ ਪੜ੍ਹਿਆ ਕਿ ਜਿਹੜੀਆਂ ਔਰਤਾਂ ਵੀ ਜੋ ਗਿਆਨ ਦੀਆਂ ਗੱਲਾਂ ਲਿਖਦੀਆਂ ਸਨ, ਹੈ ਨਾ, ਉਹਨਾਂ ਨੂੰ ਕੀ ਕਹਿੰਦੇ ਸੀ? ਬ੍ਰਹਮਵਾਦਨੀ। ਉਹਨਾਂ ਨੂੰ ਕਹਿੰਦੇ ਸੀ ਬ੍ਰਹਮਵਾਦਨੀ, ਜਿਨ੍ਹਾਂ ਨੇ ਉਸ ਸਮੇਂ ਦੀ ਬਾਣੀ ਰਚੀ। ਵੇਦਾਂ ਦੇ ਵਿੱਚ ਕੁਛ ਇਹਨਾਂ ਦੇ ਸ਼ਬਦ ਮਿਲਦੇ ਆ। ਤਾਂ ਇਸੇ ਹਿਸਾਬ ਨਾਲ ਜਿਹੜੀਆਂ ਸੀ ਨਾ ਬੋਧੀ ਔਰਤਾਂ, ਜਿਹੜੀਆਂ ਬੋਧੀ ਔਰਤਾਂ ਸੀਗੀਆਂ, ਬੋਧੀ ਔਰਤਾਂ ਜਿਹੜੀਆਂ ਲਿਟਰੇਚਰ ਲਿਖਦੀਆਂ ਸੀ, ਗਿਆਨ ਦੀਆਂ ਗੱਲਾਂ ਲਿਖਦੀਆਂ ਸੀਗੀਆਂ, ਉਹਨਾਂ ਨੂੰ ਕਹਿੰਦੇ ਸੀ ਜੀ ਥੇਰੀ ਗਾਥਾ ਲਿਟਰੇਚਰ। ਥੇਰੀ ਗਾਥਾ ਅਕਸਰ ਬਜ਼ੁਰਗ ਨੰਨਾ, ਬਜ਼ੁਰਗ ਮੌਂਕ
ਦੀਆਂ ਆਇਤਾਂ, ਉਹਨਾਂ ਦੁਆਰਾ ਲਿਖੀ ਗਈ ਧਾਰਮਿਕ ਗੱਲਾਂ। ਮਤਲਬ ਪਾਲੀ ਵਿੱਚ ਥੇਰੀ ਨੂੰ ਕਹਿੰਦੇ ਬਜ਼ੁਰਗ, ਬਜ਼ੁਰਗ ਔਰਤ, ਅਤੇ ਗਾਥਾ ਨੂੰ ਕਹਿੰਦੇ ਆਇਤਾਂ। ਤੇ ਬਜ਼ੁਰਗਾਂ ਨੇ, ਥੇਰੀ ਮਤਲਬ ਬਜ਼ੁਰਗ, ਗਾਥਾ ਮਤਲਬ ਉਹਨਾਂ ਨੇ ਜੋ ਆਪਣੀ ਗਾਥਾ ਲਿਖੀ। ਬਜ਼ੁਰਗ ਜਿਹੜੀਆਂ ਭਿਕਸ਼ਣ ਸੀਗੀਆਂ, ਭਿਕਸ਼ਣ ਤਾਂ ਨਹੀਂ ਕਹਾਂਗੇ, ਨਨ ਕਹਾਂਗੇ, ਨਨ, ਧਾਰਮਿਕ ਇਸਤਰੀਆਂ ਜੋ ਉਹਨਾਂ ਨੇ ਬਾਣੀ ਰਚੀ, ਉਹਨਾਂ ਨੂੰ ਕਹਿੰਦੇ ਆ ਥੇਰੀ ਗਾਥਾ। ਇਹ ਇੱਕ ਬੋਧੀ ਪਾਠ ਹੈ ਜੋ ਕਿ ਪੁਰਾਣੀਆਂ ਗਿਆਨਵਾਨ ਔਰਤਾਂ ਦੀਆਂ ਛੋਟੀਆਂ ਕਵਿਤਾਵਾਂ ਦਾ ਸੰਗ੍ਰਹਿ ਹੈ। ਉਹਨਾਂ ਨੇ ਜੋ ਆਪਣੀਆਂ ਕਵਿਤਾਵਾਂ ਲਿਖੀਆਂ ਛੋਟੀਆਂ ਛੋਟੀਆਂ, ਉਹਨਾਂ ਦਾ ਸੰਗ੍ਰਹਿ ਹੈ ਜੀ ਥੇਰੀ ਗਾਥਾ, ਜੋ ਕਿ ਬਜ਼ੁਰਗ ਨੰਨਾ ਸਨ। ਨਨ ਕੀ ਹੁੰਦੇ ਜੀ? ਉਹ ਧਾਰਮਿਕ ਇਸਤਰੀਆਂ। ਕਵਿਤਾਵਾਂ 300 ਸਾਲ ਦੀ ਮਿਆਦ ਦੀਆਂ ਹਨ, ਜਿਨ੍ਹਾਂ ਵਿੱਚ ਕੁਝ 6ਵੀਂ ਸਦੀ ਈਸਾ ਪੂਰਵ ਦੇ ਅਖੀਰ ਵਿੱਚ ਵੀ ਲਿਖੀਆਂ ਗਈਆਂ ਹਨ। ਥੇਰੀ ਗਾਥਾ ਔਰਤਾਂ ਦੇ ਅਧਿਆਤਮਿਕ ਅਨੁਭਵਾਂ ਨੂੰ ਦਰਸਾਉਣ ਵਾਲਾ ਸਭ ਤੋਂ ਪੁਰਾਣਾ ਮੌਜੂਦਾ ਪਾਠ ਹੈ। ਠੀਕ ਹੈ ਜੀ। ਇਹ ਕਿਸੇ ਰਾਈਟਰ ਨੇ ਦੱਸਿਆ ਕਿ ਥੇਰੀ ਗਾਥਾ ਆ ਬੇਸਿਕਲੀ ਬੁੱਧ ਧਰਮ ਵਿੱਚ ਜਿਹੜੇ ਧਾਰਮਿਕ ਔਰਤਾਂ ਸੀ, ਉਹ ਜੋ ਲਿਟਰੇਚਰ ਲਿਖਦੀਆਂ ਸੀ, ਉਹਨਾਂ ਨੂੰ ਕਹਿੰਦੇ ਸੀ ਥੇਰੀ ਗਾਥਾ। ਥੇਰੀ ਦਾ ਮਤਲਬ ਬਜ਼ੁਰਗ ਔਰਤ, ਤੇ ਉਹਨਾਂ ਨੇ ਜੋ ਗਾਥਾ ਲਿਖੀ ਉਹਨੂੰ ਕਹਿੰਦੇ ਥੇਰੀ ਗਾਥਾ। ਇਹ ਤੁਸੀਂ ਹੁਣ ਨੋਟ ਕਰ ਲੈਣੀ, ਇਹ ਗੱਲ ਇੰਪੋਰਟੈਂਟ ਹੈ। ਠੀਕ ਹੈ ਜੀ। ਅਤੇ ਅੱਜ ਲਈ ਇੰਨਾ ਹੀ ਰਹਿਣ ਦਿੰਦੇ, ਬਾਕੀ ਨੈਕਸਟ ਕਲਾਸ ਵਿੱਚ ਕਰਾਂਗੇ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ।